ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਦੀ ਇਮਾਰਤ ਵਿੱਚ ਚੱਲਦੇ ਸੈਸ਼ਨ ਦੌਰਾਨ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਘੁਸਪੈਠ ਅਤੇ ਛੱਡੀ ਗਈ ਗੈਸ ਨੇ ਜਿਹੜੀ ਸਮੁੱਚੀ ਭਾਰਤੀ ਜਿਹੜੇ ਸੰਸਥਾਵਾਂ ਦੀ ਪਾਏਦਾਰੀ ਤੇ ਸਵਾਲੀਆ ਨਿਸ਼ਾਨ ਜਿਹੜਾ ਉਹ ਲਾ ਦਿੱਤਾ। ਔਰ ਭਾਰਤੀ ਜਮਹੂਰੀਅਤ ਇੱਕ ਖੋਖਲੇ ਢਾਂਚੇ ਦਾ ਹੀ ਨਾਂ ਹੈ ਔਰ ਜਿਸ ਦਾ ਡਗਾ ਬਹੁਤ ਜ਼ੋਰ ਸ਼ੋਰ ਨਾਲ ਵਜਾਇਆ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਤੁਸੀਂ ਆਏ ਨਹੀਂ ਤੇ ਜਦੋਂ ਖਬਰਾਂ 'ਚ ਆਇਆ ਕਿ ਵੀ ਪਾਰਲੀਮੈਂਟ ਦੇ ਬਾਹਰ ਬੀਬੀ ਨੀਲਮ ਬਾਅਦ ਵਿੱਚ ਦੇਵੀ ਨਾਲ ਲਫ਼ਜ਼ ਆਇਆ ਵੀ ਉਹਨਾਂ ਨੇ ਤਾਨਾਸ਼ਾਹੀ ਨਹੀਂ ਚਲੇਗੀ ਦੇ ਨਾਅਰੇ ਲਾਉਂਦਿਆਂ ਗ੍ਰਿਫਤਾਰੀ ਦਿੱਤੀ ਤਾਂ ਮੈਨੂੰ ਇਹ ਫਿਕਰ ਵੀ ਹੋਇਆ। ਮੈਂ ਕਿਹਾ ਕਿਤੇ ਸੱਚਮੁੱਚ ਨਾ ਬੀਬੀ ਨੀਲਮ ਕਹਿੰਦੇ ਹੁਣ ਵੀ ਜਾ ਕੇ ਉੱਥੇ ਹੀ ਵੰਗਾਰ ਦਈਏ ਹਕੂਮਤ ਨੂੰ। ਕੱਲ੍ਹ ਅਸੀਂ ਲੀਡ ਸੈਗਮੈਂਟ 'ਚ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਇਹਨਾਂ ਦੀਆਂ ਇੰਸਟੀਟਿਊਸ਼ਨਸ ਦਾ ਟੋਟਲ ਜਿਹੜਾ ਹੈ ਉਹ ਜਲੂਸ ਨਿਕਲਿਆ ਹੋਇਆ। ਕਿਉਂਕਿ ਕੱਲ੍ਹ ਦਾ ਦਿਨ ਸੀ ਜਦੋਂ ਕਿ ਇੱਕ ਪਾਸੇ 22 ਸਾਲ ਪਹਿਲਾਂ ਉਹ ਪਾਰਲੀਮੈਂਟ ਦੇ ਉੱਤੇ ਅਖੌਤੀ ਦਹਿਸ਼ਤਗਰਦ ਹਮਲੇ ਦਾ ਦਿਨ ਮਨਾ ਰਹੇ ਸੀ। ਉਹਨਾਂ ਨੂੰ ਜਿਹੜੇ 7 ਸਿਕਿਉਰਿਟੀ ਦੇ ਬੰਦੇ ਮਾਰੇ ਗਏ ਹਨ, ਅਸੀਂ ਕੱਲ੍ਹ ਡਿਟੇਲ 'ਚ ਡਿਸਕਸ ਕੀਤਾ ਸੀ ਵੀ ਉਹ ਵੀ ਨੌਟੰਕੀ ਸੀ। ਪਰ ਅਫਜ਼ਲ ਗੁਰੂ ਨੂੰ ਇੱਕ ਬੇਗੁਨਾਹ ਬੰਦੇ ਨੂੰ ਜਿਹੜਾ ਉਹ ਸੈਟਅਪ ਕਰਕੇ ਕੀਤਾ ਗਿਆ ਸੀ। ਇਹ ਜਿਹੜਾ ਹੁਣ ਇਹ ਐਕਸ਼ਨ ਹੋਇਆ ਉਹਦੇ 'ਚ ਜਿੱਥੇ ਕਿ ਨੀਲਮ ਦੇਵੀ ਔਰ ਅਮੋਲ ਸ਼ਿੰਦੇ ਇਹ ਤਾਂ ਬਾਹਰ ਪਾਰਲੀਮੈਂਟ ਦੇ ਜਿਨ੍ਹਾਂ ਨੇ ਫਿਰ ਲਾਲ ਔਰ ਪੀਲੇ ਜਿਹੜੇ ਨੇ ਉਹ ਕਨਸਤਰ 'ਚੋਂ ਰੰਗ ਵੀ ਛੱਡਿਆ, ਨਾਅਰੇਬਾਜ਼ੀ ਵੀ ਕੀਤੀ। ਪਰ ਜਿਹੜਾ ਪਾਰਲੀਮੈਂਟ ਦੇ ਅੰਦਰ ਵੜਨ 'ਚ ਮਨੋਰੰਜਨ ਔਰ ਸਾਗਰ ਸ਼ਰਮਾ ਇਹ ਦੋਵੇਂ ਦਰਸ਼ਕ ਗੈਲਰੀ 'ਚੋਂ ਜੰਪ ਕਰਕੇ ਇੱਕ ਤਾਂ ਜਿਹੜਾ ਹੈ ਮਿਸਟਰ ਮਨੋਰੰਜਨ ਉਹ ਤਾਂ ਜੰਪ ਕਰਦਾ ਗਿਆ ਔਰ ਉਹਨੂੰ ਰੋਕਿਆ ਉਹਨੇ ਗੁਰਜੀਤ ਸਿੰਘ ਔਜਲੇ ਨੇ ਜਿਹੜਾ MP ਹੈ। ਔਰ ਫਿਰ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਕਸਟਮ ਮੇਡ ਸ਼ੂਜ਼ ਸੀ ਉਹਨਾਂ 'ਚੋਂ ਕਨਸਤਰ ਕੱਢ ਕੇ ਜਿਵੇਂ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਪੂਰਾ ਯੈਲੋ ਧੂੰਆਂ ਛੱਡਿਆ ਔਰ ਫਫੜਾ ਦਫੜੀ ਮਚੀ, ਕੋਈ ਮੇਜ਼ ਦੇ ਥੱਲੇ ਲੁਕਿਆ, ਕੋਈ ਦੂਜਾ ਹੋਇਆ। ਸੋ ਇਸ ਸਾਰੇ ਤੋਂ ਬਾਅਦ ਇਹ ਐਕਸਪੈਕਟਡ ਹੁੰਦਾ ਵੀ ਇੰਨੀ ਜਿਹੜੀ ਹੈ ਸੀਰੀਅਸ ਬ੍ਰੀਚ ਹੋਈ ਹੈ ਪੂਰੀ ਸਿਕਿਉਰਿਟੀ ਦਾ। ਕਿਉਂਕਿ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਜਿਹਨੂੰ ਬੜੇ ਜਿਹੜਾ ਉਹ ਢੋਲ ਢਮੱਕੇ ਦੇ ਨਾਲ ਐ ਸੰਗੋਲ ਚੁੱਕ ਕੇ ਮੋਦੀ ਨੇ ਕਿ ਜੀ ਅਸੀਂ ਨਿਆਂ ਦਾ ਬਿੰਬ ਸਥਾਪਿਤ ਕਰਤਾ, ਨਾ ਅਧਨੰਗੇ ਜੇ ਪੰਡਤ ਇਕੱਠੇ ਕੀਤੇ ਕਿ ਜੀ ਉਹ ਮੰਤਰ ਪੜ੍ਹ ਰਹੇ ਨੇ ਔਰ ਦੂਜਾ ਕਰ ਰਹੇ ਨੇ। ਤੇ ਅਜੇ ਤਾਂ ਸਾਲ ਵੀ ਕੀ ਅਜੇ ਤਾਂ ਇਹ ਸੈਸ਼ਨ ਹੀ ਉਸ ਤੋਂ ਬਾਅਦ ਸ਼ੁਰੂ ਹੋਇਆ ਤੇ ਇਹ ਹਾਲ ਹੋਇਆ। ਸੋ ਉਹਦੇ ਥੱਲੇ ਹੁਣ ਜ਼ਾਹਰ ਹੈ ਵੀ ਸਾਰੇ ਪਾਸੇ ਇੱਕ ਆਇਆ ਕਿ ਵੀ ਇਹ ਇਹਨਾਂ ਦੀ ਮਜ਼ਬੂਤੀ ਹੈ। ਵੀ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਜੀ 22 ਸਾਲ ਪਹਿਲੇ ਜਦੋਂ ਹੋਇਆ ਅਸੀਂ ਇੰਨੇ ਸਿਕਿਉਰਿਟੀ ਪ੍ਰਬੰਧ ਕਰਤੇ ਨੇ, ਉਹਨਾਂ ਦੇ ਅਰਧ ਸੈਨਿਕ ਦਲਾਂ ਨੂੰ ਵੀ ਉੱਥੇ ਤਾਇਨਾਤ ਕੀਤਾ ਹੈ, ਪੁਲਿਸ ਨੂੰ ਵੀ ਕੀਤਾ ਹੈ, ਫਲਾਣਾ ਗੈਜਟ ਲਾਤਾ, ਢਿਮਕਾ ਲਾਤਾ ਕਿ ਵੀ ਆਸਾਨੀ ਨਾਲ ਫਿਰ ਜਿਹੜਾ ਉਹਨਾਂ ਦੋਨਾਂ ਨੂੰ ਜਿਹਨਾਂ ਨੇ ਅੰਦਰ ਪਾਰਲੀਮੈਂਟ ਦੇ ਪੂਰਾ ਜਿਹੜਾ ਉਹ ਖਪਖਾਨਾ ਕੀਤਾ ਉਹਨਾਂ ਨੂੰ ਜਿਹੜਾ ਪਾਸ ਦਿੱਤਾ ਗਿਆ ਵਿਜ਼ਟਰ ਪਾਸ ਦੀ ਰਿਕਮੈਂਡੇਸ਼ਨ ਇਸ਼ੂ ਦਾ ਸਪੀਕਰ ਕਰਦਾ ਉਹ ਕਰਨਾਟਕਾ ਤੋਂ BJP ਦਾ MP ਹੈ। ਔਰ ਉਹ ਜਿਹੜਾ ਮੋਦੀ ਦਾ ਪੂਰਾ ਐਡਮਾਇਰਰ ਹੀ ਨਹੀਂ, ਉਹਨੇ ਮੋਦੀ ਦੇ ਉੱਤੇ ਕਿਤਾਬ ਲਿਖੀ ਹੋਈ ਹੈ, ਸਾਬਕਾ ਪੱਤਰਕਾਰ ਹੈ। ਹੁਣ ਇੱਕ ਪਾਸੇ ਤਾਂ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਅਜੇ ਕੁਝ ਸਮਾਂ ਪਹਿਲਾਂ ਜਿਹੜੀ ਇੱਕ ਵਿਚਾਰੀ ਬੜੀ ਵੋਕਲ ਔਰ ਮੈਂ ਉਹਨੂੰ ਬਹੁਤ ਐਡਮਾਇਰ ਕਰਦਾ ਹਾਂ ਉਸ ਦੀ ਸਪੀਚ ਨੂੰ, ਟੈਲੈਂਟ ਨੂੰ, ਖਾਸ ਤੌਰ 'ਤੇ ਜਿਵੇਂ ਉਹ ਰਿਸਰਚ ਕਰਕੇ ਬੋਲਦੀ ਹੈ, ਮੋਈਆ ਮੋਤਰੇ ਜਿਹੜੀ ਇਹਨਾਂ ਦੀ ਤ੍ਰਿਣਮੂਲ ਕਾਂਗਰਸ ਦੀ ਹੈ, ਉਹਨੂੰ ਤਾਂ ਪਾਰਲੀਮੈਂਟ ਦੀ ਮੈਂਬਰੀ ਤੋਂ ਸਸਪੈਂਡ ਕਰਤਾ ਕਿ ਜੀ ਉਹ ਜਿਹੜੇ ਸਵਾਲ ਪੁੱਛਦੀ ਸੀ ਉਹਨੇ ਆਪਣਾ ਉਹ ਜਿਹੜਾ ਪਾਸਵਰਡ ਔਰ ਦੂਜਾ ਪਤਾ ਨਹੀਂ ਕਿਹਨੂੰ ਦਿੱਤਾ ਹੋਇਆ ਸੀ, ਹੀਰਾ ਲਾਲ ਕੇ ਕੀ ਹੈ ਤੇ ਇਹ ਉਹ ਕਰਕੇ। ਹੁਣ ਦੂਸਰੇ ਪਾਸੇ ਜਦੋਂ ਇਹ ਪਹਿਲੇ ਦਿਨ ਬੀਤੇ ਕੱਲ ਇਸ ਕਿਸਮ ਦੀ ਬ੍ਰੀਚ ਹੁੰਦੀ ਹੈ ਤੇ ਜ਼ਾਹਰ ਹੈ ਦੁਨੀਆ ਦੀ ਕੋਈ ਵੀ ਜਿਹੜੀ ਸੰਸਥਾ ਹੈ ਪਾਰਲੀਮੈਂਟ ਜਿਹਦਾ ਨਾਂ ਰੱਖਿਆ ਹੋਏ, ਅਗਲੇ ਦਿਨ ਇਹ ਫਰਜ਼ ਹੁੰਦਾ ਹੈ ਵੀ ਜਿਹੜਾ ਹੋਮ ਮਿਨਿਸਟਰ ਹੈ। ਔਰ ਦਿਲਚਸਪ ਗੱਲ ਇਹ ਸੀ ਕਿ ਕੱਲ ਦੇ ਉਸ ਪਾਰਲੀਮੈਂਟ ਸੈਸ਼ਨ ਵੇਲੇ ਨਾ ਉੱਥੇ ਮੋਦੀ ਸੀ, ਨਾ ਅਮਿਤ ਸ਼ਾਹ ਸੀ, ਨਾ BJP ਦਾ ਪ੍ਰੈਜ਼ੀਡੈਂਟ ਨੱਡਾ ਸੀ। ਨੈਕਸਟ ਡੇ ਉੱਥੇ ਪਹੁੰਚ ਗਿਆ ਅਮਿਤ ਸ਼ਾਹ। ਹੁਣ ਪਹਿਲਾ ਪਾਰਟ ਤਾਂ ਹੁੰਦਾ ਹੈ ਕਿ ਵੀ ਜਿਹੜਾ ਹੋਮ ਮਿਨਿਸਟਰ ਹੈ ਐਕਸਪਲੇਨ ਕਰੇ ਕਿ ਭਾਈ ਕਿਵੇਂ ਇਹ ਬ੍ਰੀਚ ਹੋਈ। ਫਿਰ ਜੇ ਮੋਇਆ ਮੋਤਰੇ ਨੂੰ ਜਿਹੜੇ ਆ ਉਹ ਜਵਾਬਦੇਹ ਬਣਾਇਆ ਗਿਆ ਐਥਿਕਸ ਕਮੇਟੀ ਦੂਜੇ ਵੱਲੋਂ, BJP ਦਾ MP ਉਹਨੇ ਕਿਵੇਂ ਉਹਨਾਂ ਨੂੰ ਪਾਸ ਦਿੱਤੇ, ਕੀ ਉਹਦੇ ਨਾਲ ਉਹਨਾਂ ਦਾ ਕੀ ਰਿਸ਼ਤਾ ਸੀ, ਕੀ ਇਹ
ਸਾਰਾ ਕੋਈ ਆਰਕੈਸਟ੍ਰੇਟਡ ਸ਼ੋਅ ਤਾਂ ਨਹੀਂ ਹੈ ਵੀ ਜਿਹੜਾ ਇਸ ਵੇਲੇ ਇਹਨਾਂ ਦੇ ਉੱਤੇ ਦਬਾਅ ਬਣਿਆ ਹੋਇਆ ਅਮਰੀਕਾ ਕੈਨੇਡਾ ਦਾ, ਜਿਹਦੇ 'ਚ ਐਕਸਪੋਜ਼ ਹੋ ਰਹੇ ਨੇ ਕਿ ਭਾਈ ਇਹਨਾਂ ਨੇ ਕਿਵੇਂ ਟਰਾਂਸਨੈਸ਼ਨਲ ਟੈਰਰਿਜ਼ਮ ਕੀਤਾ ਹੈ, ਵੀ ਉਸ ਤੋਂ ਧਿਆਨ ਹਟਾਉਣ ਦੇ ਲਈ ਇਹ ਸਾਰੀ ਨੌਟੰਕੀ ਤਾਂ ਨਹੀਂ ਕੀਤੀ ਗਈ, ਖੁਦ ਹੀ ਕਰਾਈ ਗਈ। ਔਰ ਦੂਸਰਾ ਹੁਣ ਇਸ ਦੇ ਉੱਤੇ ਜਦੋਂ ਐਮਪੀਜ਼ ਜਿਹੜੇ ਵਿਰੋਧੀ ਧਿਰ ਦੇ ਸੀ ਉਹਨਾਂ ਨੇ ਇਨਸਿਸਟ ਕੀਤਾ ਕਿ ਜੀ ਅਮਿਤ ਸ਼ਾਹ ਜਿਹੜਾ ਉਹ ਬਿਆਨ ਦੇ, ਔਰ ਤੇ ਉਸ ਦਾ ਉਹਨਾਂ ਨੇ ਕਰਨਾ ਤਾਂ ਕੀ ਸੀ, ਬਿਆਨ ਤਾਂ ਕੀ ਦੇਣਾ ਸੀ। 14 ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਬਈ ਨਹੀਂ, ਇਹ ਤੁਸੀਂ ਹੁਣ ਪਾਰਲੀਮੈਂਟ ਦੇ ਸੈਸ਼ਨ 'ਚ ਹਿੱਸਾ ਨਹੀਂ ਲੈਣਾ। ਔਰ ਦਿਲਚਸਪ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ 'ਚੋਂ ਇੱਕ ਐਸਾ ਹੈ ਜਿਹੜਾ ਪਾਰਲੀਮੈਂਟ ਆਇਆ ਹੀ ਨਹੀਂ ਸੀ ਹੋਇਆ। ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਕਿਸਮ ਦੀਆਂ, ਅਸੀਂ ਇਹ ਕਹਿੰਦੇ ਹਾਂ ਵੀ ਇਹਨਾਂ ਦੀਆਂ ਹੌਲੋਡ ਇੰਸਟੀਟਿਊਸ਼ਨਸ ਨੇ, ਹੌਲੋ ਇਹ ਕਿ ਵੀ ਬਿਲਕੁਲ ਖਾਲੀ ਸਖਣੀਆਂ ਨੇ, ਉਹਨਾਂ 'ਚ ਕੋਈ ਪਾਇਦਾਰੀ ਨਹੀਂ। ਔਰ ਇਹਨਾਂ ਦੀਆਂ ਖਬਰਾਂ ਨੇ ਲੋਕ ਸਭਾ ਪ੍ਰੋਸੀਡਿੰਗਸ ਵਾਸ਼ਡ ਆਊਟ amid vociferous protest by opposition over security breach, 40 MPs suspended। ਉਹਨਾਂ ਨੂੰ ਇਸੇ ਤਰ੍ਹਾਂ ਰਾਜ ਸਭਾ ਚੋਂ ਜਿਹੜਾ ਉਹਨਾਂ ਨੇ TMC ਦੇ ਡੈਰਕ ਓਬਰਾਇਨ ਜਿਹੜਾ ਵੀ ਬੜਾ ਜ਼ਬਰਦਸਤ ਸਪੀਕਰ ਹੈ ਉਹਨੂੰ ਵੀ ਸਸਪੈਂਡ ਕੀਤਾ। ਫਿਰ ਪਾਰਲੀਮੈਂਟ ਸਿਕਿਉਰਿਟੀ ਬ੍ਰੀਚ ਹੁਣ ਜਿਹੜੇ ਨੇ ਫੜੇ ਗਏ ਨੇ, ਕਿਉਂਕਿ ਕੁੱਲ 6 ਬੰਦਿਆਂ ਦੇ ਉੱਤੇ 2 ਜਿਹੜੇ ਨੇ ਉਹ ਅੰਦਰ ਵੜੇ, ਜਿਨ੍ਹਾਂ ਦੇ ਵਿੱਚ ਮਨੋਰੰਜਨ ਔਰ ਸਾਗਰ ਸ਼ਰਮਾ ਸੀ। 2 ਨੇ ਬਾਹਰ ਪ੍ਰੋਟੈਸਟ ਕੀਤਾ, ਅਨਮੋਲ ਸ਼ਿੰਦੇ ਔਰ ਨੀਲਮ ਦੇਵੀ। ਔਰ 2 ਜਿਹੜੇ ਨੇ ਲਲਿਤ ਝਾਅ ਤੇ ਵਿਕਰਮ, ਜਿਨ੍ਹਾਂ ਦੇ ਘਰੀ ਇਹ ਰੁਕੇ ਹੋਏ ਸੀ। ਸੋ ਇਹਨਾਂ 6 ਦੇ ਹੀ ਅਗੇਂਸਟ ਜਿਹੜਾ ਉਹ ਉਹਨਾਂ ਨੇ ਬੜਾ ਸਟ੍ਰਿੰਜੈਂਟ UAPA ਕਾਨੂੰਨ, ਦਹਿਸ਼ਤਗਰਦ, ਆਤੰਕਵਾਦ ਵਿਰੋਧੀ, ਇਹ ਸਾਰੇ ਕਾਨੂੰਨ ਲਾਏ ਨੇ। ਔਰ ਈਵਨ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਵੀ ਅੱਜ ਟਵੀਟ ਹੈ, ਉਹ ਪਾਰਲੀਮੈਂਟ 'ਚ ਇਸ ਵਿਸ਼ੇ ਤੇ ਬੋਲਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਔਰ ਉਹਨਾਂ ਨੇ ਉਹਦੇ ਤੇ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਵੀ ਅਜੀਬ ਹੈ ਕਿ ਬਈ, ਉਹਨਾਂ ਨੇ ਕਿਹਾ ਆਲਦੋ ਆਈ ਐਮ ਬੀਇੰਗ ਡਿਨਾਈਡ ਟੂ ਸਪੀਕ ਇਨ ਦਾ ਪਾਰਲੀਮੈਂਟ, ਇਟ ਵੋਂਟ ਸਟਾਪ ਮੀ ਫਰੋਮ ਰੇਜ਼ਿੰਗ ਦਾ ਕੀ ਇਸ਼ੂਜ਼ ਐਟ ਐਵਰੀ ਪਲੇਟਫਾਰਮ, ਕਿ ਮੈਨੂੰ ਤੁਸੀਂ ਜਿਹੜਾ ਇਹ ਰੈਲੇਵੈਂਟ ਇਸ਼ੂ ਨੇ ਅੱਡ-ਅੱਡ ਥਾਵਾਂ ਤੇ ਚੁੱਕਣ ਤੋਂ ਰੋਕ ਨਹੀਂ ਸਕਦੇ। ਬਟ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਵੀ ਸਿੱਖ ਲੀਡਰ ਕਿਉਂ ਕੁਆਇਟ ਨੇ, ਪੰਜਾਬ ਦੇ 92 MLA ਜਿਹੜੇ ਨੇ ਪੰਜਾਬ ਗਵਰਨਮੈਂਟ ਉਹ ਕਿਉਂ ਚੁੱਪ ਹੈ, ਔਰ ਕਿਉਂ ਨਹੀਂ ਉਹਨਾਂ ਨੂੰ ਪੰਜਾਬੀ ਜਿਹੜੇ ਨੇ ਜਵਾਬ ਦੇ ਬਣਾਉਂਦੇ, ਕਿਉਂਕਿ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਹੁਣ ਇੱਕ ਪਾਸੇ ਜਦੋਂ ਇਹ ਸਾਰਾ ਕਿੱਸਾ ਖੋਤਾ ਸਾਹਮਣੇ ਆਇਆ ਤਾਂ ਫਿਰ ਇਹ ਆਇਆ ਕਿ ਵੀ ਜਿਹੜੀ ਪਾਰਲੀਮੈਂਟ ਬਿਲਡਿੰਗ ਤੇ 1200 ਕਰੋੜ ਰੁਪਏ ਦਾ ਖਰਚ ਕੀਤਾ ਗਿਆ, ਜਿਹਨੂੰ ਸੰਗੋਲ ਤੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਕੀਤਾ ਗਿਆ, ਈਵਨ ਬਾਡੀ ਸਕੈਨਰ ਵੀ ਨਹੀਂ ਹੈਗੇ ਲੱਗੇ ਹੋਏ ਉੱਥੇ, ਦੇਖੋ। ਔਰ ਜਿਹੜੀ ਜਿੱਥੋਂ ਜੰਪ ਕੀਤਾ ਉਹਨਾਂ ਦੋਨਾਂ ਨੇ ਉਹ 6 ਤੋਂ 8 ਫੁੱਟ ਵਿਜ਼ਿਟਰ ਗੈਲਰੀ ਹੈ ਹੁਣ ਜਿਹੜੀ। ਔਰ ਹੁਣ ਇਹ ਸਾਹਮਣੇ ਆਇਆ ਵੀ ਜਿਹੜੀ ਪੁਰਾਣੀ ਬਿਲਡਿੰਗ ਸੀ ਪਾਰਲੀਮੈਂਟ ਦੀ, ਜਿਹੜੀ ਅੰਗਰੇਜ਼ਾਂ ਦੀ, ਮੱਚ ਮੋਰ ਸਿਕਿਉਰ ਸੀ, ਉਹ 15 ਫੁੱਟ ਤੋਂ 20 ਫੁੱਟ ਉੱਚੀ ਸੀ ਵਿਜ਼ਿਟਰ ਗੈਲਰੀ। ਸੋ ਜਿਹੜਾ 15 ਫੁੱਟ ਤੋਂ ਛਾਲ ਮਾਰ ਦੋ ਤਾਂ ਲਾਥੀ ਟੁੱਟਦੀ, ਉਹਨੇ ਜੰਪ ਨਹੀਂ ਸੀ ਕਰਨਾ ਕਿਸੇ ਨੇ। ਨਾਅਰੇਬਾਜ਼ੀ ਤਾਂ ਹੋ ਸਕਦੀ ਹੈ ਕਿ ਵੀ ਕੋਈ ਖਲੋ ਕੇ ਕਰ ਦੇ, ਲੇਕਿਨ ਇਹ 6 ਤੋਂ 8 ਫੁੱਟ ਆਪਣੇ, ਇਹਦਾ ਮਤਲਬ ਇਹ ਹੈ ਵੀ ਹਰ ਪੱਖੋਂ ਫੇਲ। ਔਰ ਹੁਣ ਜਦੋਂ ਕਿ ਇਹ ਸਾਰਾ ਵਾਕਿਆ ਹੋਇਆ, ਇਹਦੇ ਸਾਹਮਣੇ ਆਇਆ, ਟੈਂਡਰ ਫॉर ਰੀਡਿਵੈਲਪਮੈਂਟ ਆਫ ਪਾਰਲੀਮੈਂਟ ਸਿਕਿਉਰਿਟੀ ਇਨਫਰਾ ਵਾਜ਼ ਫਲੋਟਡ ਏ ਡੇ ਬਿਫੋਰ ਬ੍ਰੀਚ। ਇਹ ਹਮਲਾ ਜਿਹੜਾ ਜਿਸ ਨੂੰ ਕੈਨਿਸਟਰ ਸਟ੍ਰਾਈਕ ਕਿਹਾ ਜਾ ਰਿਹਾ, ਇਸ ਤੋਂ ਇੱਕ ਦਿਨ ਪਹਿਲਾਂ ਭਾਰਤ ਦੀ ਸਰਕਾਰ ਨੇ 35 ਕਰੋੜ ਰੁਪਏ ਦੀ ਜਿਹੜੀ ਹੈ ਉਹ ਇੱਕ ਟੈਂਡਰ ਜਾਰੀ ਕੀਤਾ ਕਿ ਜੀ ਅਸੀਂ ਰਿਸੈਪਸ਼ਨ ਲੌਂਜ ਪਾਰਲੀਮੈਂਟ ਬਿਲਡਿੰਗ ਦਾ ਬਣਾਉਣਾ ਹੈ, ਸਿਕਿਉਰਿਟੀ ਇਨਫਰਾਸਟ੍ਰਕਚਰ ਬਣਾਉਣਾ ਹੈ, ਸਿਕਿਉਰਿਟੀ ਗੈਜਟ ਚਾਹੀਦੇ ਨੇ, ਬੁਲਟ ਪ੍ਰੂਫ ਐਨਕਲੋਜ਼ਰ ਚਾਹੀਦੇ ਨੇ। ਔਰ ਜੇ ਇਹ ਕੁਛ ਨਹੀਂ ਸੀ ਤਾਂ ਕਿਹੜੇ ਹਕੀਮ ਨੇ ਕਿਹਾ ਸੀ ਕਿ ਵੀ ਤੁਸੀਂ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਜਾਓ, ਕਿਉਂਕਿ ਉਹ ਕ੍ਰੈਡਿਟ ਲੈਣਾ ਚਾਹੁੰਦਾ ਸੀ ਆਪਣੇ ਆਪ ਨੂੰ, ਕਿਉਂਕਿ ਅਜੇ ਉਹ ਬਾਕੀ ਤਾਂ ਸਾਰੀਆਂ ਚੀਜ਼ਾਂ ਹੈ ਹੀ ਨਹੀਂ ਨੇ। ਔਰ ਈਵਨ ਇਹੀ ਨਹੀਂ, ਹਰ ਪੱਖੋਂ ਫੇਲਿਓਰ ਹੈ। ਹੁਣ ਜਿਹੜੇ ਮਾਰਸ਼ਲ ਹੁੰਦੇ ਨੇ 200 ਤੋਂ ਜ਼ਿਆਦਾ ਜਿਹੜਾ ਸਿਕਿਉਰਿਟੀ ਮੈਨ ਨੇ ਉਹਦੇ ਡਿਫੈਂਸ ਲਈ ਹੁੰਦੇ ਨੇ ਇਨਸਾਈਡ, 3 ਤੋਂ 5 ਮਿੰਟ ਤੱਕ ਕੋਈ ਨੇੜੇ ਨਹੀਂ ਆਇਆ। ਔਰ ਜੇ ਤੁਸੀਂ ਬਿਹੇਵੀਅਰ ਜਦੋਂ ਤੁਸੀਂ ਕਹਿੰਦੇ ਆ ਜੀ ਇਹਨਾਂ ਦੀਆਂ ਬਿਲਕੁਲ ਹੌਲੋ ਸੰਸਥਾਵਾਂ ਨੇ, ਹੁਣ ਉਹ ਔਜਲਾ ਜਾ ਕੇ ਫੜ ਰਿਹਾ ਉਹਨੂੰ ਇੱਕ ਨੂੰ ਜਿਹਦੇ ਕਨਿਸਟਰ। ਔਰ ਅੱਜ ਉਹ ਸ਼ਸ਼ੀ ਥਰੂਰ ਨੇ ਕੀਤਾ ਸਿੰਘ ਇਜ਼ ਕਿੰਗ, ਦੇਖੋ ਜੀ ਅਖੀਰ ਸਿੱਖ ਨਹੀਂ ਫੜਿਆ ਔਰ ਦੂਜੇ। ਹੁਣ ਉਹ ਜਦੋਂ ਫੜ ਲਿਆ ਤੁਸੀਂ ਇਹਨਾਂ ਦਾ ਵਿਹਾਰ ਦੇਖੋ, ਜਾਂ ਇਹ MP ਕੀ, ਇਹ ਤਾਂ ਸਟਰੀਟ ਦੇ ਗੁੰਡੇ ਨੇ,
ਇਹਨਾਂ ਨੇ ਉਹਨੂੰ ਕੁੱਟਣਾ ਸ਼ੁਰੂ ਕਰਤਾ। ਹਮੇਸ਼ਾ ਇਹ ਈਵਨ ਪੁਲਿਸ ਦੀ ਵੀ ਬਾਹਰ ਟ੍ਰੇਨਿੰਗ ਹੁੰਦੀ ਹੈ ਕਿ ਜੇ ਤਾਂ ਕੋਈ ਰੈਜ਼ਿਸਟ ਕਰੇ ਨਾ ਜੀ, ਫਿਰ ਵੀ ਉਹਨੂੰ ਤੁਸੀਂ ਪੁੱਟ ਡਾਊਨ ਕਰਦੇ ਹੋ, ਉਹ ਵੀ ਮਾਰਦੇ ਕੁੱਟਦੇ ਨਹੀਂ ਹੋ, ਤੁਸੀਂ ਉਹਨੂੰ ਮਾਰਕਟਾਈ ਕਰ ਰਹੇ ਨੇ ਵੀ ਫੜਨ ਵੇਲੇ ਸਾਰੇ ਲੁਕੇ ਹੋਏ ਨੇ, ਉਹ ਜਾ ਕੇ ਉਹੀ ਪਾਰਟ ਹੁਣ ਤੁਸੀਂ ਸਿੱਖਾਂ ਨੂੰ ਸਿੰਘ ਇਜ਼ ਕਿੰਗ ਬਣਾ ਦਿਓ। ਸੋ ਜਦੋਂ ਅਸੀਂ ਇਹ ਕਹਿ ਰਹੇ ਹਾਂ ਵੀ ਇਹਨਾਂ ਦੀ ਜਮਹੂਰੀਅਤ ਵੀ ਖੋਖਲੀ, ਇਹਨਾਂ ਦਾ ਸੰਵਿਧਾਨ ਵੀ ਖੋਖਲਾ, ਮੀਡੀਆ ਦਾ ਝੂਠ ਤਾਂ ਸਾਹਮਣੇ ਹੀ ਹੈ, ਔਰ ਕੁੱਲ ਮਿਲਾ ਕੇ ਜੇ ਤੁਸੀਂ ਦੇਖਣਾ ਹੋਇਆ ਕਿ ਇਹ ਜਦੋਂ ਇਸ ਕਿਸਮ ਦਾ ਜਿਹੜਾ ਸਟਰਕਚਰ ਦੇ ਉੱਤੇ ਇੱਕ ਝੂਠ ਦੇ ਪੁਲੰਦੇ ਦੇ ਉੱਤੇ ਜਿਨ੍ਹਾਂ ਨੇ ਇਹ ਸਾਰਾ ਕੁਝ ਖੜਾ ਕੀਤਾ ਹੋਇਆ, ਉਹ ਉਰਦੂ ਦੀ ਲਾਈਨ ਹੀ ਮੈਨੂੰ ਯਾਦ ਆ ਰਹੀ ਹੈ ਕਿ ਜੋ ਆਸ਼ਿਆਨਾ ਸ਼ਾਖੇ ਨਾਜ਼ੁਕ पे होगा ਨਾ ਪਾਏਦਾਰ ਹੋਗਾ। ਆਸ਼ਿਆਨਾ ਆਲਣੇ ਨੂੰ ਕਹਿੰਦੇ ਨੇ, ਘੋਂਸਲੇ ਨੂੰ ਕਹਿੰਦੇ ਨੇ ਕਿ ਜੋ ਆਸ਼ਿਆਨਾ ਸ਼ਾਖੇ ਨਾਜ਼ੁਕ पे होगा, ਜਿਹਦੇ ਤੇ ਤੁਸੀਂ ਉਸ ਆਲਣੇ ਨੂੰ ਬਣਾਇਆ ਹੋਇਆ, ਜੇ ਉਹਦੀ ਉਹ ਟਾਹਣੀ ਮਜ਼ਬੂਤ ਨਹੀਂ ਹੈ, ਨਾ ਪਾਏਦਾਰ ਹੋਗਾ, ਉਹਨੇ ਡਿੱਗਣਾ ਹੀ ਡਿੱਗਣਾ ਹੈ। ਔਰ ਇਹ ਸਾਰਾ ਕੁਝ ਐਕਸਪੋਜ਼ ਕਰ ਰਿਹਾ ਹੈ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਦਾਅਵੇ ਜੋ ਮਰਜ਼ੀ ਕਰਨ, ਢੋਲ ਢਮੱਕੇ ਜੋ ਮਰਜ਼ੀ ਕਰਨ, ਪਰ ਅੱਗੋਂ ਨਤੀਜਾ ਠਨ ਠਨ ਗੋਪਾਲ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।